ਕੀ ਲੱਗਦਾ ਇਸ ਵਾਰੀ ਚੋਣ ਮੁਹਿੰਮ ਤੁਸੀਂ ਨਾਲ ਵਿਚਰੇ ਹੋ ਸਿਮਰਨਜੀਤ ਸਿੰਘ ਮਾਨ ਦੇ ਪ੍ਰਚਾਰ ਕੀਤਾ, ਕੀ ਲੱਗਦਾ ਇਸ ਵਾਰੀ ਕਿ ਕੁਝ ਵੱਖਰਾ ਹੋਵੇਗਾ? ਅੱਜ ਦੇ ਦਿਨ ਮੈਂ ਪੰਜਾਬੀ ਲੋਕ ਚੈਨਲ ਤੋਂ ਨਹੀਂ ਆ। ਅੱਜ ਦੇ ਦਿਨ ਮੈਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਸਪੋਰਟ ਦੇ ਵਿੱਚ ਇੱਥੇ ਆਇਆ। ਉਹ ਸਾਰਾ ਦਾ ਸਾਰਾ ਹੁਣ ਹੋਰ ਮਾਨ ਸਾਹਿਬ ਦੀ ਇਮਦਾਦ ਦੇ ਵਿੱਚ ਨੌਜਵਾਨ ਆ ਰਹੇ ਨੇ। ਕਾਰਨ ਇਹ ਹੈ ਕਿ ਉਹ ਦੀਪ ਸਿੱਧੂ ਦੇ ਮਿਸ਼ਨ ਨੂੰ ਪੂਰਾ ਕਰਨਾ ਚਾਹੁੰਦੇ ਆ। ਦੀਪ ਸਿੱਧੂ ਦਾ ਮਿਸ਼ਨ ਸੀ ਮਾਨ ਸਾਹਿਬ ਨੂੰ ਜਿਤਾਉਣਾ। ਤਾਂ ਮੈਂ ਫੋਨ ਕੀਤਾ, ਬਾਈ ਕਿੱਥੇ ਹੋ? ਕਹਿੰਦਾ ਮੈਂ ਬੰਬੇ ਆ ਯਾਰ, ਮੈਂ ਰਾਤੀ ਫੋਨ ਕਰਨਾ ਸੀ ਤੁਹਾਨੂੰ, ਪਰ ਬਾਈ ਮੈਂ ਕੰਮਾਂ 'ਚ ਬਿਜ਼ੀ ਸੀਗਾ, ਪਰ ਚਲੋ ਤੁਸੀਂ ਫੋਨ ਕਰ ਲਿਆ। ਆਪਾਂ ਨੇ ਬਾਪੂ ਦੀ ਮਦਦ ਕਰਨੀ ਆ। ਮੈਂ ਕਿਹਾ ਯਾਰ ਬਾਪੂ ਕੌਣ ਵੀ? ਤੇ ਮਾਨ ਸਾਹਿਬ ਦਾ ਨਾਂ ਲਿਆ ਉਹਨੇ। ਮੈਂ ਕਿਹਾ ਦੀਪ ਤੂੰ ਤਾਂ ਸਾਡੇ ਸਿੱਧੂਆਂ ਦਾ ਹੀ ਮੁੰਡਾ, ਫਿਰ ਮੈਂ ਤੈਨੂੰ ਘੂਰ ਕੇ ਦਬਕਾ ਮਾਰ ਕੇ ਬੁਲਾਵਾਂ ਉੱਪਰ। ਮੈਨੂੰ ਕਹਿੰਦਾ ਬਾਈ ਆ ਗਿਆ। ਤੇ ਮੈਨੂੰ ਔਖਾ ਹੈ ਉਹ ਗੱਲ ਦੱਸਣੀ ਵੀ ਕਿਵੇਂ ਉਹ ਬੰਦੇ 'ਚ ਇੰਨੀ ਨਿਮਰਤਾ ਯਾਰ। ਲਹਿਜ਼ਾ ਇੱਜ਼ਤ ਦੇਣੀ ਕਿਸੇ ਨੂੰ ਸਿੱਖਣੀ ਹੋਵੇ ਤਾਂ ਉਹ ਫਿਰ ਦੀਪ ਸਿੱਧੂ ਤੋਂ ਸਿੱਖੀ ਜਾ ਸਕਦੀ ਹੈ। ਗੱਲ ਉਹਨੇ ਕੌਮੀਓ ਕੀਤੀ ਹੈ। ਇਸੇ ਕਰਕੇ ਅੱਜ ਮੈਂ ਕਹਿੰਦਾ ਮੇਰਾ ਕੋਈ ਜਿਗਰੀ ਯਾਰ ਹੁੰਦਾ ਨਾ ਕੋਈ, ਮੈਂ ਇੰਨਾ ਦੁੱਖ ਨਹੀਂ ਹੁੰਦਾ ਮੈਨੂੰ। ਪਰ ਮੈਨੂੰ 4-5 ਦਿਨ ਤੋਂ ਬਾਈ ਜਦੋਂ ਤੋਂ ਇਹ ਸਾਰਾ ਭਾਣਾ ਵਾਪਰਿਆ ਤੇ ਉਦੋਂ ਤੋਂ ਬਹੁਤ ਜ਼ਿਆਦਾ ਦੁਖੀ ਆ। ਇਸ ਕਰਕੇ ਉਹਦੇ ਬੋਲ ਮੇਰੇ ਕੰਨਾਂ 'ਚ ਵਾਰ-ਵਾਰ ਗੂੰਜ ਰਹੇ ਆ। ਤਾਂ ਵੀਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਬਈ ਇੱਕ ਵਾਰ ਤਾਂ ਦੇਖ ਲਈਏ ਆਪਾਂ। ਤੁਹਾਨੂੰ ਪੰਜਾਬ ਲਈ ਤਾਂ ਨਹੀਂ ਕਹਿੰਦੇ, ਆਪਾਂ ਸਿਰਫ ਇੱਕ ਸੀਟ ਲਈ ਕਹਿ ਰਹੇ ਹਾਂ। ਜਿਵੇਂ ਦੀਪ ਬਾਈ ਨੇ ਵੀ ਇਸੇ ਸੀਟ ਤੇ ਜ਼ੋਰ ਲਾਇਆ ਸੀਗਾ ਤੇ ਉਸੇ ਸੀਟ ਲਈ ਜਦੋਂ ਮਾਨ ਸਾਹਿਬ ਬੋਲਣਗੇ ਉੱਥੇ ਜਾ ਕੇ ਵਿਧਾਨ ਸਭਾ ਤੇ, ਉਸ ਤੋਂ ਬਾਅਦ ਪੰਜਾਬ ਦਾ ਫੈਸਲਾ ਕਰ ਲਿਓ। ਨਾਲੇ ਜੇ ਜਿਹੜੇ ਬਦਲਾਅ ਦੀ ਗੱਲ ਕਰਦੇ ਆ, ਜੇ ਉਹ ਆ ਜਾਂਦੇ ਆ, ਨਾਲੇ ਉਹਨਾਂ ਨੂੰ ਦੇਖ ਲਿਓ ਵੀ ਉਹ ਕੀ ਕੜੀ ਘੋਲਦੇ ਆ। ਜੇਕਰ ਦੀਪ ਸਿੱਧੂ ਸਮਝ ਸਕਦੇ ਨੇ ਤਾਂ ਹੋਰ ਕਮੀ ਕਿੱਥੇ ਆ? ਪੰਜਾਬ ਦੇ ਵਿੱਚ ਕਮੀ ਕਿੱਥੇ ਦੇਖਦੇ ਹੋ ਕਿ ਮੁੰਬਈ ਤੋਂ ਆ ਕੇ ਇੱਕ ਨੌਜਵਾਨ ਸਿਮਰਨਜੀਤ ਸਿੰਘ ਮਾਨ ਦੀ ਸੋਚ ਦੇ ਨਾਲ ਜੁੜ ਗਿਆ, ਪਰ ਪੰਜਾਬ ਦਾ ਨੌਜਵਾਨ ਜਿਹੜਾ ਹਾਲੇ ਤੱਕ 40 ਸਾਲ ਦੇ ਵਿੱਚ ਉਸ ਲੈਵਲ ਤੱਕ ਨਹੀਂ ਜੁੜ ਸਕਿਆ ਮਾਨ ਸਾਹਿਬ ਦੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸੰਸਾਰਦੀਪ। ਇਲੈਕਸ਼ਨਾਂ ਦਾ ਦਿਨ ਆ ਚੁੱਕਿਆ, ਲੋਕ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲ ਚੁੱਕੇ ਨੇ, ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟ ਪਾ ਰਹੇ ਨੇ। ਆਸਵੰਦ ਹਰ ਉਮੀਦਵਾਰ ਦੇ ਸਮਰਥਕ ਜਿਹੜੇ ਨੇ ਆਪਣੇ ਉਮੀਦਵਾਰ ਦੀ ਜਿੱਤ ਨੂੰ ਲੈ ਕੇ ਆਸਵੰਦ ਨੇ। ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਹਲਕਾ ਅਮਰਗੜ੍ਹ ਤੋਂ ਵਿਧਾਨ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਸਮਰਥਕ ਪੂਰੇ ਆਸਵੰਦ ਨੇ ਕਿ ਇਸ ਵਾਰੀ ਅਮਰਗੜ੍ਹ ਹਲਕੇ ਤੋਂ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ। ਹਰਜੀਤ ਸਿੰਘ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਮੀਤ ਪ੍ਰਧਾਨ ਸਾਡੇ ਨਾਲ ਨੇ ਤੇ ਪੰਜਾਬੀ ਲੋਕ ਚੈਨਲ ਤੋਂ ਜਗਦੀਪ ਸਿੰਘ ਥਲੀ ਸਾਡੇ ਨਾਲ ਨੇ। ਗੱਲਬਾਤ ਆਖਰ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਰੁਝਾਨ ਜਿਹੜਾ ਇਸ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਜਾਂ ਹੋਰ ਰਵਾਇਤੀ ਪਾਰਟੀਆਂ ਤੋਂ ਕਿਸ ਤਰ੍ਹਾਂ ਮਾਨ ਸਾਹਿਬ ਦੀ ਜਿਹੜੀ ਸੋਚ ਆ ਵੱਖਰੀ ਆ ਜਾਂ ਇਹਨਾਂ ਦੇ ਮੁੱਦੇ ਜਿਹੜੇ ਨੇ ਵੱਖਰੇ ਨੇ। ਸਵਾਗਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਦਾ ਆਪ ਸਾਰਿਆਂ ਦੀ ਟੀਮ ਦਾ, ਸਾਰੇ ਦਰਸ਼ਕਾਂ ਦਾ ਜਿਉ ਆਇਆਂ, ਬਹੁਤ ਬਹੁਤ ਧੰਨਵਾਦ। ਕੀ ਲੱਗਦਾ ਇਸ ਵਾਰੀ ਚੋਣ ਮੁਹਿੰਮ ਤੁਸੀਂ ਨਾਲ ਵਿਚਰੇ ਹੋ ਸਿਮਰਨਜੀਤ ਸਿੰਘ ਮਾਨ ਦੇ ਪ੍ਰਚਾਰ ਕੀਤਾ, ਕੀ ਲੱਗਦਾ ਇਸ ਵਾਰੀ ਕਿ ਕੁਝ ਵੱਖਰਾ ਹੋਵੇਗਾ? ਹਾਂਜੀ, ਵੱਖਰਾ ਇਹ ਹੈ ਲੋਕ ਮਤਲਬ ਕਾਫੀ ਲੰਬੇ ਸੰਘਰਸ਼ ਦਾ ਮੁੱਲ ਪਾਉਣ ਦੀ ਤਾਕਤ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਜਿਹੜਾ ਕੌਮ ਲਈ ਸੰਘਰਸ਼ ਲੜਿਆ ਉਹਦਾ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਸਾਡੇ ਤੇ ਇੱਕ ਆਸਾਨ ਹੈ ਕੌਮੀ ਜਰਨੈਲ ਦਾ। ਹੁਣ ਵਕਤ ਹੈ ਉਹਨਾਂ ਦੀ ਚੋਣ ਮੁਹਿੰਮ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾ ਕੇ, ਖਾਸ ਕਰਕੇ ਜਦੋਂ ਮੈਂ ਨੌਜਵਾਨਾਂ ਨੂੰ ਦੇਖਦਾ ਉਹਨਾਂ ਦੇ ਵਿੱਚ ਇੱਕ ਉਤਸ਼ਾਹ ਹੈ ਕਿ ਅਸੀਂ ਆਪਣੇ ਜਰਨੈਲ ਦੇ ਨਾਲ ਜੁੜ ਕੇ ਸਰਜ਼ਮੀਨ ਦੀ ਸੇਵਾ ਕਰੀਏ। ਦੀਪ ਸਿੱਧੂ ਖੁੱਲ੍ਹ ਕੇ ਸਮਰਥਨ ਦੇ ਵਿੱਚ ਆਉਂਦੇ ਨੇ ਸਿਮਰਨਜੀਤ ਸਿੰਘ ਮਾਨ ਦੇ, ਬੇਬਾਕ ਤਰੀਕੇ ਦੇ ਨਾਲ ਬੇਖੌਫ ਹੋ ਕੇ ਕਹਿ ਲਈਏ ਤਾਂ ਸਮਰਥਨ ਇਹਨਾਂ ਦਾ ਕਰਦੇ ਨੇ, ਸਪੀਚਾਂ ਕਰਦੇ ਨੇ, ਪਰ ਬੇਵਕਤੀ ਮੌਤ ਹੋ ਜਾਂਦੀ ਆ। ਕਿਸ ਤਰ੍ਹਾਂ ਦੇਖਦੇ ਹੋ ਸਿਆਸੀ ਜ਼ਮੀਨ ਦੇ ਵਿੱਚ ਕੁਝ ਨੁਕਸਾਨ ਹੋਏਗਾ ਜਾਂ ਕੋਈ ਉਹਨਾਂ ਦੇ ਪ੍ਰਚਾਰ ਕਰਨ ਦਾ ਪਾਰਟੀ ਨੂੰ ਫਾਇਦਾ ਮਿਲ ਰਿਹਾ? ਦੀਪ ਸਿੱਧੂ ਜਦੋਂ ਪਹਿਲੀ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੇ ਸੀਗੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਕੇਸ ਕੀ ਸਜਾਈ ਸੀ ਮਾਨ ਸਾਹਿਬ ਨੇ
ਤੇ ਦੀਪ ਸਿੱਧੂ ਨੇ ਉੱਤੇ ਬਾਅਦ ਇੱਕ ਬਿਆਨ ਦਿੱਤਾ ਸੀਗਾ ਬਰਗਾੜੀ ਜਾ ਕੇ ਪਹਿਲੀ ਵਾਰ ਮਾਨ ਸਾਹਿਬ ਨੂੰ ਮਿਲਣ ਤੋਂ ਬਾਅਦ ਕਿ ਮੈਨੂੰ ਮਾਨ ਸਾਹਿਬ ਬਾਰੇ ਬੜਾ ਗਲਤ ਦੱਸਿਆ ਗਿਆ, ਪਰ ਉਹ ਤਾਂ ਇੱਕ ਬਹੁਤ ਹੀ ਉੱਚੀ ਸੁੱਚੀ ਸ਼ਖਸੀਅਤ ਨੇ ਤੇ ਮੈਂ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹਾਂ। ਉਹਨਾਂ ਨੇ ਧੂਆਂਧਾਰ ਪ੍ਰਚਾਰ ਮਾਨ ਸਾਹਿਬ ਦੇ ਹੱਕ 'ਚ ਕੀਤਾ ਹੈ, ਈਵਨ ਸਾਰਿਆਂ ਨੂੰ ਪ੍ਰੇਰਿਤ ਕਰਿਆ ਹੈ, ਪਰ ਉਹਨਾਂ ਦੀ ਜਿਹੜੀ ਬੇਵਕਤੀ ਮੌਤ ਹੈ ਉਹਨਾਂ ਦੇ ਸਰੀਰ ਨੂੰ ਤਾਂ ਨਹੀਂ ਅਸੀਂ ਲਿਆ ਸਕਦੇ ਵਾਪਸ, ਇਹ ਤਾਂ ਕਿਸੇ ਦੇ ਵੀ ਵੱਸ 'ਚ ਨਹੀਂ, ਉਸ ਅਕਾਲ ਪੁਰਖ ਦੀ ਰਜ਼ਾ 'ਚ। ਪਰ ਉਹਨਾਂ ਦੀ ਦੀਪ ਸਿੱਧੂ ਦੀ ਸੋਚ ਨੂੰ ਅਸੀਂ ਜਿਉਂਦਾ ਰੱਖਣ ਦਾ ਯਤਨ ਕਰਦੇ ਹਾਂ, ਥਾਂ ਥਾਂ ਕੈਂਡਲ ਮਾਰਚ ਕੱਢੇ ਆ। ਉਹਨਾਂ ਦੀ ਬੇਵਕਤੀ ਮੌਤ ਦੇ ਨਾਲ ਬਹੁਤ ਵੱਡਾ ਸਾਨੂੰ ਘਾਟਾ ਪਿਆ, ਪਾਰਟੀ ਨੂੰ ਪਿਆ, ਕੌਮ ਨੂੰ ਪਿਆ। ਮਾਨ ਸਾਹਿਬ ਨੇ ਇੱਥੇ ਤੱਕ ਕਿਹਾ ਕਿ ਮੈਨੂੰ ਲੱਗਦਾ ਮੇਰੇ ਪੁੱਤ ਦੇ ਬਰਾਬਰ ਦਾ ਮੈਨੂੰ ਦੁੱਖ ਹੈ। ਪਰ ਕਿਤੇ ਨਾ ਕਿਤੇ ਜਿਹੜਾ ਦੀਪ ਸਿੱਧੂ ਦੇ ਮਰਨ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਰੋਹ ਜਾਗਿਆ, ਕਿਉਂ ਕਰਕੇ ਦੀਪ ਸਿੱਧੂ ਦੀ ਜਿਹੜੀ ਮੌਤ ਹੈ ਉਹਦੇ ਜਿਹੜੇ ਸ਼ੰਕੇ ਨੇ ਉਹ ਬਹੁਤ ਉਹਦੇ ਤੇ ਖੜੇ ਹੋਏ ਨੇ ਕਿ ਕਿਵੇਂ ਉਹ ਗੱਡੀ ਸਾਰੀ ਦੀ ਸਾਰੀ ਡੈਮੇਜ ਹੋ ਗਈ, ਕਿਵੇਂ ਉਹਨਾਂ ਦਾ ਸਰੀਰ ਤੇ ਹੋਰ ਜਗ੍ਹਾ ਸੱਟ ਨਹੀਂ ਲੱਗੀ, ਕਿਵੇਂ ਉਹ ਦੂਜੀ ਬੱਚੀ ਦੇ ਨਾਲ ਉਹਨਾਂ ਦੇ ਜਿਹੜੀ ਕੋ ਡਰਾਈਵਰ ਹੈ ਉਹਦੇ ਨਹੀਂ ਕੋਈ ਲੱਗੀ ਹੈਗੀ। ਤੇ ਇਹ ਸਾਰੇ ਸ਼ੰਕਿਆਂ ਦੇ ਦੌਰਾਨ ਲੋਕਾਂ ਦੇ ਮਨਾਂ ਦੇ ਵਿੱਚ ਰੋਹ ਹੈ। ਉਸ ਰੋਹ ਦਾ ਲੋਕ ਰੋਹ ਹੈ ਜਿਹੜਾ ਉਹ ਸਾਰਾ ਦਾ ਸਾਰਾ ਹੁਣ ਹੋਰ ਮਾਨ ਸਾਹਿਬ ਦੀ ਇਮਦਾਦ ਦੇ ਵਿੱਚ ਨੌਜਵਾਨ ਆ ਰਹੇ ਨੇ। ਕਾਰਨ ਇਹ ਹੈ ਕਿ ਉਹ ਦੀਪ ਸਿੱਧੂ ਦੇ ਮਿਸ਼ਨ ਨੂੰ ਪੂਰਾ ਕਰਨਾ ਚਾਹੁੰਦੇ ਆ। ਦੀਪ ਸਿੱਧੂ ਦਾ ਮਿਸ਼ਨ ਸੀ ਮਾਨ ਸਾਹਿਬ ਨੂੰ ਜਿਤਾਉਣਾ। ਜਦੋਂ ਉਹਦੇ ਦੇ ਸਭ ਨੌਜਵਾਨ ਦੀਪ ਸਿੱਧੂ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਕਸਮਾਂ ਖਾ ਰਹੇ ਨੇ, ਤਾਂ ਦੀਪ ਸਿੱਧੂ ਸ਼ਰੇਆਮ ਕਹਿੰਦਾ ਸੀਗਾ ਕਿ ਮੇਰਾ ਮਿਸ਼ਨ ਹੈ ਮਾਨ ਸਾਹਿਬ ਨੂੰ ਜਿਤਾ ਕੇ ਭੇਜਣਾ। ਕਿਉਂ ਕਰਕੇ ਹੁਣ ਸਾਨੂੰ ਲੋਕ ਪੁੱਛਦੇ ਨੇ ਕਿ ਮਾਨ ਸਾਹਿਬ ਨੂੰ ਜਿਤਾਉਣਾ ਕਿਉਂ ਜ਼ਰੂਰੀ ਹੈ। ਸਾਡੇ ਜੇ ਰਾਜ ਦੇ ਵਿੱਚ ਬੰਦੇ ਹੋਣ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਦੀਪ ਸਿੱਧੂ ਨੂੰ ਬਚਾਉਣਾ ਚਾਹੁੰਦੇ ਹਾਂ, ਦੀਪ ਸਿੱਧੂ ਨੂੰ ਮਾਰਨਾ ਨਹੀਂ ਚਾਹੁੰਦੇ। ਕਾਰਨ ਕੀ ਹੈ? ਜੇ ਅਸੀਂ ਸਾਡੇ ਰਾਜ ਦੇ ਵਿੱਚ ਬੰਦੇ ਹੋਣ, ਕਿਉਂ ਮਰੇ ਦੀਪ ਸਿੱਧੂ? ਜੇ ਰਾਜ ਦੇ ਵਿੱਚ ਸਾਡਾ ਰਾਜ ਹੋਵੇ ਫਿਰ ਬੰਦੇ ਕਿਉਂ ਮਰਨ? ਹੋਰ ਜੇ ਦੀਪ ਸਿੱਧੂ ਬਚਾਉਣੇ ਆ ਤਾਂ ਬਾਈ ਜੀ ਤੁਸੀਂ ਘਰਾਂ ਦੇ ਵਿੱਚੋਂ ਨਿਕਲੋ, ਵਕਤ 4 ਵਜੇ ਤੱਕ ਤੁਹਾਡੇ ਕੋਲ ਹੈ, ਉੱਠੋ। ਇਹ ਨਾ ਹੋਵੇ ਕਿਤੇ ਇਹੋ ਜਿਹਾ ਵਕਤ ਆ ਜਾਵੇ ਜਿਹੜੇ ਸਾਡੇ ਅੱਜ ਛੋਟੇ ਬੱਚੇ ਆ ਜਾਂ ਜਿਨ੍ਹਾਂ ਦਾ ਅੱਗੇ ਜਨਮ ਹੋਣਾ, ਉਹ ਆਪਣੇ ਦਾਦੇ ਪੜਦਾਦਿਆਂ ਨੂੰ ਪੁੱਛਿਆ ਕਰਨਗੇ ਕਿ ਦਾਦੂ ਜਦੋਂ ਅਮਰਗੜ੍ਹ ਤੋਂ ਕੌਮ ਦਾ ਜਰਨੈਲ ਲੜ ਰਿਹਾ ਸੀਗਾ ਤਾਂ ਆਪਣਾ ਪਰਿਵਾਰ ਕਿਹੜੇ ਪਾਸੇ ਸੀਗਾ, ਤੁਸੀਂ ਕਿੱਧਰ ਪਾਸੇ ਇਮਦਾਦ ਕਰੀ ਸੀ। ਇਹ ਨਾ ਹੋਵੇ ਆਪਣੇ ਬੱਚਿਆਂ ਸਾਹਮਣੇ ਸਾਨੂੰ ਸ਼ਰਮਿੰਦਾ ਹੋਣਾ ਪਵੇ। ਵਕਤ ਹੈਗਾ, 4 ਵਜੇ ਤੱਕ ਵਕਤ ਹੈਗਾ। ਮਾਨ ਸਾਹਿਬ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਬਾਲਟੀ ਹੈ। ਕੌਮ ਦਾ ਜਰਨੈਲ ਆਪਣੀ ਇਸ ਸਰਜ਼ਮੀਨ ਤੋਂ ਪੰਜਾਬ ਦੇ ਹਿੱਤਾਂ ਲਈ ਦਿੱਲੀ ਤਖਤ ਦੇ ਖਿਲਾਫ ਲੜ ਰਿਹਾ ਤੇ ਹੁਣ ਵਕਤ ਹੈਗਾ 4 ਘੰਟੇ ਇੱਕ ਬਟਨ ਦਬਾ ਕੇ ਆਪਾਂ ਕੌਮ ਦੇ ਹਿੱਤਾਂ ਲਈ, ਪੰਜਾਬ ਦੇ ਹਿੱਤਾਂ ਲਈ ਆਪਣਾ ਯੋਗਦਾਨ ਪਾਈਏ। ਉੱਠੋ ਸਾਰੇ ਜਾਣੇ, ਆਓ ਬਾਹਰ ਆ ਕੇ ਦੱਬੋ ਮਸ਼ੀਨਾਂ ਦੇ ਬਟਨ 5 ਨੰਬਰ ਬਾਲਟੀ ਵਾਲੇ। ਜੀ, ਪੰਜਾਬੀ ਲੋਕ ਚੈਨਲ ਤੋਂ ਜਗਦੀਪ ਸਿੰਘ ਥਲੀ ਸਾਡੇ ਨਾਲ ਨੇ। ਥਲੀ ਸਾਹਿਬ, ਕਿਸ ਤਰ੍ਹਾਂ ਦੇਖ ਰਹੇ ਹੋ ਇਸ ਵਾਰ ਦੇ ਜਿਹੜੇ ਸਿਆਸੀ ਸਮੀਕਰਨ ਨੇ? ਸਾਰੇ ਪੰਜਾਬ ਦੀਆਂ ਨਿਗਾਹਾਂ ਜਿਹੜੀਆਂ ਨੇ ਹਲਕਾ ਅਮਰਗੜ੍ਹ ਤੇ ਲੱਗੀਆਂ ਹੋਈਆਂ। ਬਿਲਕੁਲ ਬਾਈ, ਪਹਿਲਾਂ ਤਾਂ ਮੈਂ ਸੰਸਾਰ ਇੱਥੇ ਦੱਸਣਾ ਚਾਹੁੰਦਾ ਵੀ ਤੁਸੀਂ ਮੈਨੂੰ ਪੇਸ਼ ਕੀਤਾ ਪੰਜਾਬੀ ਲੋਕ ਚੈਨਲ ਤੋਂ, ਪਰ ਅੱਜ ਦੇ ਦਿਨ ਮੈਂ ਪੰਜਾਬੀ ਲੋਕ ਚੈਨਲ ਤੋਂ ਨਹੀਂ ਆ। ਅੱਜ ਦੇ ਦਿਨ ਮੈਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਸਪੋਰਟ ਦੇ ਵਿੱਚ ਇੱਥੇ ਆਇਆ, ਕਿਉਂਕਿ ਜਦੋਂ ਲਾਸਟ ਟਾਈਮ ਗੱਲ ਜਿਹੜੀ ਆਖਰੀ ਗੱਲਬਾਤ ਰਹਿੰਦੀ ਹੈ ਦੀਪ ਸਿੱਧੂ ਦੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਤੇ ਦੀਪ ਸਿੱਧੂ ਮੈਨੂੰ ਫੋਨ ਤੇ ਬੰਬੇ ਤੋਂ ਫੋਨ ਆਉਂਦਾ, ਬਾਈ ਕਿੱਥੇ ਹੋ? ਮੈਂ ਕਾਲ ਕਰਦਾ ਉਹਨਾਂ ਨੂੰ, ਕਿਉਂਕਿ ਅਕਸਰ ਮੈਂ ਕੱਲ੍ਹ ਵੀ ਲਾਈਵ ਦੇ ਵਿੱਚ ਦੱਸਿਆ ਸੀ ਵੀ ਸਾਡੀ 2-3 ਦਿਨ ਬਾਅਦ ਗੱਲ ਹੁੰਦੀ ਰਹਿੰਦੀ ਸੀ ਤੇ ਜਦੋਂ ਉਸ ਤੋਂ ਵੱਧ ਟੱਪ ਜਾਂਦੇ ਸੀ ਤਾਂ ਇੰਝ ਲੱਗਦਾ ਸੀ ਵੀ ਮਹੀਨਾ ਹੋ ਗਿਆ ਦੀਪ ਸਿੱਧੂ ਨਾਲ ਗੱਲ ਨਹੀਂ ਹੋਈ। ਤਾਂ ਮੈਂ ਫੋਨ ਕੀਤਾ, ਬਾਈ ਕਿੱਥੇ ਹੋ? ਕਹਿੰਦਾ ਮੈਂ ਬੰਬੇ ਆ ਯਾਰ, ਮੈਂ ਰਾਤੀ ਫੋਨ ਕਰਨਾ ਸੀ ਤੁਹਾਨੂੰ ਪਰ ਬਾਈ ਮੈਂ ਕੰਮਾਂ 'ਚ ਬਿਜ਼ੀ ਸੀਗਾ, ਪਰ ਚਲੋ ਤੁਸੀਂ ਫੋਨ ਕਰ ਲਿਆ, ਆਪਾਂ ਨੇ ਬਾਪੂ ਦੀ ਮਦਦ ਕਰਨੀ ਆ। ਮੈਂ ਕਿਹਾ ਯਾਰ ਬਾਪੂ ਕੌਣ ਵੀ? ਤੇ ਮਾਨ ਸਾਹਿਬ ਦਾ ਨਾਂ ਲਿਆ ਉਹਨਾਂ। ਬਾਪੂ ਜੀ ਕਹਿ ਕੇ ਸੰਬੋਧਨ, ਮਤਲਬ ਮਾਨ ਸਾਹਿਬ ਬਾਈ ਇੱਜ਼ਤ ਤਾਂ ਮੈਂ ਕਹਿੰਦਾ ਜੇ ਆਪਾਂ ਨੇ ਲਹਿਜ਼ਾ ਇੱਜ਼ਤ ਦੇਣੀ ਕਿਸੇ ਨੂੰ ਸਿੱਖਣੀ ਹੋਵੇ ਤਾਂ ਉਹ ਫਿਰ ਦੀਪ ਸਿੱਧੂ ਤੋਂ ਸਿੱਖੀ ਜਾ ਸਕਦੀ ਹੈ। ਉਹ ਛੋਟੇ ਨੂੰ ਵੀ, ਛੋਟੇ ਤੋਂ ਛੋਟੇ ਬੰਦੇ ਨੂੰ ਵੀ, ਚਾਹੇ ਉਹ ਪੈਸੇ ਪੱਖੋਂ ਵੀ ਕੋਈ ਗਰੀਬ ਹੋਵੇ, ਆਮ ਤੌਰ ਤੇ ਦੇਖਿਆ ਜਾਂਦਾ ਵੀ ਇੱਥੇ ਦੁਰਕਾਰਦੇ ਨੇ ਲੋਕ। ਇੱਕ ਧਿਰ ਇਹੀ ਜੀ ਆ ਜਿਹੜੀ ਇੱਕ ਵੱਡੇ ਉਮਰ ਦੇ ਲਿਹਾਜ਼ ਦੇ ਨਾਲ ਵਿਤਕਰਾ ਕਰਦੀ ਹੈ, ਇੱਕ ਧਿਰ ਇਹੀ ਜੀ ਜਿਹੜੀ ਪੈਸੇ ਦੇ ਹਿਸਾਬ ਦੇ ਨਾਲ। ਉਹ ਬੰਦਾ ਚਾਹੇ ਉਮਰ ਦੇ ਹਿਸਾਬ ਨਾਲ ਕਿਸੇ ਤੋਂ ਵੱਡਾ ਹੋਵੇ, ਚਾਹੇ ਪੈਸੇ ਦੇ ਹਿਸਾਬ ਨਾਲ। ਪੈਸੇ ਦਾ 1 ਕਰੋੜ ਇੱਕ ਕੇਸ ਦਾ ਲੈਂਦਾ ਸੀ ਤੇ ਉਹਦੇ 'ਚ ਲਹਿਜ਼ਾ ਸੀ ਤੇ ਉਹਨਾਂ ਮੈਨੂੰ ਕਿਹਾ ਵੀ ਬਾਪੂ ਜੀ ਦੀ ਮਦਦ ਕਰਨੀ ਹੈ। ਮੈਂ ਕਿਹਾ ਵੀ ਕੋਈ ਗੱਲ ਨਹੀਂ। ਕਹਿੰਦਾ ਯਾਰ 4 ਦਹਾਕੇ ਹੋ ਗਏ ਬੰਦੇ ਨੂੰ, ਇਹ ਆਟਾ ਦਾਲ ਵੇਚ ਕੇ ਚਲੇ ਜਾਂਦੇ ਆ, ਕਹਿੰਦਾ ਉਹਦੀ ਕੋਈ ਬਾਤ ਨਹੀਂ ਪਾਉਂਦਾ, ਆਪਾਂ ਨੇ ਕਰਨੀ ਆ ਬਾਈ ਮਦਦ। ਮੈਂ ਕਿਹਾ ਬਾਈ ਜੀ ਕੋਈ ਗੱਲ ਨਹੀਂ। ਅੱਛਾ, ਕੈਮਰੇ ਦੇ ਸਾਹਮਣੇ ਤਾਂ ਦੀਪ ਸਿੱਧੂ ਨੂੰ ਦੇਖਿਆ ਜਾਂਦਾ ਸੀ ਬੇਖੌਫ ਹੋ ਕੇ ਭਾਸ਼ਣ ਦਿੰਦੇ ਸੀ, ਬੇਬਾਕੀ ਦੇ ਨਾਲ ਕੌਮੀ ਹੱਕਾਂ ਦੀ ਗੱਲ ਕਰਦੇ ਸੀ। ਤੁਹਾਡੇ ਕਾਫੀ ਨੇੜੇ ਮੰਨੇ ਜਾਂਦੇ ਨੇ ਦੀਪ ਸਿੱਧੂ, ਕਾਫੀ ਤੁਹਾਡਾ ਪਿਆਰ ਮੰਨਿਆ ਜਾਂਦਾ। ਆਫ ਕੈਮਰਾ ਕਿਸ ਤਰ੍ਹਾਂ ਦਾ ਸੁਭਾਅ ਸੀ ਦੀਪ ਦਾ? ਕਿ ਆਫ ਕੈਮਰਾ ਵੀ ਤੁਹਾਡੇ ਨਾਲ ਕਦੇ ਕੌਮੀ ਮਸਲਿਆਂ ਤੇ ਵਿਚਾਰ ਚਰਚਾ ਕਰਦੇ ਸੀ? ਮੇਰੇ ਨਾਲ ਤਾਂ ਬਾਈ ਆਫ ਕੈਮਰਾ ਚਾਹੇ ਔਨ ਕੈਮਰਾ ਗੱਲ ਉਹਨੇ ਕੌਮੀਓ ਕੀਤੀ ਹੈ। ਇਸੇ ਕਰਕੇ ਅੱਜ ਮੈਂ ਕਹਿੰਦਾ ਮੇਰਾ ਕੋਈ ਜਿਗਰੀ ਯਾਰ ਹੁੰਦਾ ਨਾ ਕੋਈ, ਮੈਂ ਇੰਨਾ ਦੁੱਖ ਨਹੀਂ ਹੁੰਦਾ ਮੈਨੂੰ। ਪਰ ਮੈਨੂੰ 4-5 ਦਿਨ ਤੋਂ ਬਾਈ ਜਦੋਂ ਤੋਂ ਇਹ ਸਾਰਾ ਭਾਣਾ ਵਾਪਰਿਆ
ਤੇ ਉਦੋਂ ਤੋਂ ਬਹੁਤ ਜ਼ਿਆਦਾ ਦੁਖੀ ਆ। ਇਸ ਕਰਕੇ ਉਹਦੇ ਬੋਲ ਮੇਰੇ ਕੰਨਾਂ 'ਚ ਵਾਰ-ਵਾਰ ਗੂੰਜ ਰਹੇ ਆ। ਤੇ ਇੱਥੇ ਪੱਟੀਆਂ ਖੁਰਦ ਆਏ ਹੋਏ ਸੀਗੇ। ਪੱਟੀਆਂ ਪਿੰਡ ਹੈਗਾ ਇੱਥੇ ਖੁਰਦ ਜਾਂ ਕਲਾਂ ਖੁਰਦ ਹਾਂਜੀ। ਉੱਥੇ ਮਤਲਬ ਕਿ ਦੀਪ ਨੇ ਮੇਰਾ ਨਾਂ ਲੈ ਦਿੱਤਾ ਤੇ ਮੇਰੇ ਸਿਰ ਇੰਨਾ ਬੋਝ ਬਣ ਗਿਆ ਬਾਈ, ਉਦੋਂ ਤੋਂ ਮੇਰਾ ਮਾਈਕ ਫੜਨ ਨੂੰ ਦਿਲ ਨਹੀਂ ਕਰ ਰਿਹਾ ਵੀ ਨਹੀਂ ਅਸੀਂ ਪੱਤਰਕਾਰੀ, ਕਿਉਂਕਿ ਜੇ ਮੈਂ ਇਹ ਅੱਜ ਮੈਂ ਇੱਥੇ ਅਮਰਗੜ੍ਹ ਦੇ ਵਿੱਚ ਇਹ ਕਰਦਾ ਤਾਂ ਮੈਂ ਕਿਤੇ ਨਾ ਕਿਤੇ ਧਿਰ ਬਣ ਜਾਂਦਾ, ਪਰ ਮੈਂ ਕਦੇ ਧਿਰ ਨਹੀਂ ਬਣਿਆ। ਮੈਂ ਆਪਣੇ ਕਿੱਤੇ ਦੇ ਨਾਲ ਇਮਾਨਦਾਰੀ ਕੀਤੀ, ਇਸ ਕਰਕੇ ਅੱਜ ਮੈਂ ਮਾਈਕ ਛੱਡ ਕੇ ਸਿੱਧੇ ਤੌਰ ਤੇ ਅਸੀਂ ਇੱਥੇ ਅਮਰਗੜ੍ਹ ਦੇ ਵਿੱਚ ਆਏ ਹਾਂ। ਹਾਲਾਤ ਦੇਖ ਰਹੇ ਹਾਂ ਔਰ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਾਂ। ਔਰ ਹੁਣ ਵੀ ਮੈਂ ਨੌਜਵਾਨਾਂ ਨੂੰ ਕਹਿੰਦਾ ਵੀ ਜਿਨ੍ਹਾਂ ਦਾ ਵਿਚਾਰ ਅਜੇ ਨਹੀਂ ਬਦਲਿਆ ਤਾਂ ਵੀਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਵਾਰ ਤਾਂ ਦੇਖ ਲਈਏ। ਆਪਾਂ ਤੁਹਾਨੂੰ ਪੰਜਾਬ ਲਈ ਤਾਂ ਨਹੀਂ ਕਹਿੰਦੇ, ਆਪਾਂ ਸਿਰਫ ਇੱਕ ਸੀਟ ਲਈ ਕਹਿ ਰਹੇ ਹਾਂ। ਜਿਵੇਂ ਦੀਪ ਬਾਈ ਨੇ ਵੀ ਇਸੇ ਸੀਟ ਤੇ ਜ਼ੋਰ ਲਾਇਆ ਸੀਗਾ ਤੇ ਉਸੇ ਸੀਟ ਲਈ ਜਦੋਂ ਮਾਨ ਸਾਹਿਬ ਬੋਲਣਗੇ ਉੱਥੇ ਜਾ ਕੇ ਵਿਧਾਨ ਸਭਾ ਤੇ, ਉਸ ਤੋਂ ਬਾਅਦ ਪੰਜਾਬ ਦਾ ਫੈਸਲਾ ਕਰ ਲਿਓ। ਨਾਲੇ ਜਿਹੜੇ ਬਦਲਾਅ ਦੀ ਗੱਲ ਕਰਦੇ ਆ ਜੇ ਉਹ ਆ ਜਾਂਦੇ ਆ, ਨਾਲੇ ਉਹਨਾਂ ਨੂੰ ਦੇਖ ਲਿਓ ਵੀ ਉਹ ਕੀ ਕੜੀ ਘੋਲਦੇ ਆ ਜਾਂ ਕੀ ਗੁਣ ਖਿਲਾਉਂਦੇ ਆ। ਜੇ ਕੁਝ ਵਧੀਆ ਕਰਦੇ ਆ ਰਿਪੀਟ ਕਰ ਦਿਓ, ਨਹੀਂ ਫਿਰ ਮਾਨ ਸਾਹਿਬ ਨੂੰ ਦੇਖ ਲਿਓ ਤੁਸੀਂ, ਹੈ ਨਾ, ਵਾਪਸ। ਪਰ ਦੀਪ ਸਿੱਧੂ ਨੇ ਜਦੋਂ ਨਾਮ ਲਿਆ ਤਾਂ ਬਾਈ ਅੱਜ ਦੀਪ ਨਹੀਂ ਹੈਗਾ, ਪਰ ਮੈਂ ਵੀ ਜਗਦੀਪ ਆ, ਮੇਰੇ ਪਿੱਛੇ ਵੀ ਦੀਪ ਪੈਂਦਾ। ਮੈਂ ਦੀਪ ਬਾਈ ਦੀ ਅੱਜ ਜ਼ਿੰਮੇਵਾਰੀ ਨਿਭਾਉਣ ਆਇਆ ਇੱਥੇ। ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ। ਤੇ ਜਿਵੇਂ ਆਪਾਂ ਇੱਜ਼ਤ ਔਰ ਲਹਿਜੇ ਦੀ ਗੱਲ ਕੀਤੀ ਸੀ, ਉਹਦੀ ਐਗਜ਼ਾਮਪਲ ਸਿੱਧੂ ਸਾਹਿਬ ਖੁਦ ਦੇਣਗੇ। ਉਸ ਦਿਨ ਭੱਟੀਆਂ ਮੈਨੂੰ ਯਾਦ ਆ, ਤੁਸੀਂ ਸਟੇਜ ਸੈਕਟਰੀ ਸੀਗੇ, ਤੁਸੀਂ ਕੁਝ ਕਿਹਾ ਸੀ ਵੀ ਮੈਂ ਵੀ ਸਿੱਧੂ ਆ ਤੂੰ ਵੀ ਸਿੱਧੂ ਆ, ਮੈਂ ਹੁਣ ਤੈਨੂੰ ਦਬਕਾ ਮਾਰ ਕੇ ਦੱਸ ਕੀ ਕਾਰਨ ਸੀ, ਕੀ ਗੱਲਾਂ ਉਸ ਸਮੇਂ, ਕਿਉਂਕਿ ਤੁਸੀਂ ਆਫ ਕੈਮਰਾ ਤੋਂ ਉਹ ਗੱਲ ਜਿਹੜੀ ਆ ਕੁਝ ਸੁਣਾ ਚੁੱਕੇ ਹੋ, ਪਰ ਹੁਣ ਮੈਂ ਨਾ ਸਟੇਜ ਸੈਕਟਰੀ ਸੀਗਾ। ਪੱਟੀਆਂ ਬਾਗੜੀਆਂ ਪਹਿਲਾਂ, ਫਿਰ ਪੱਟੀਆਂ। ਉਦੋਂ ਪਹਿਲਾਂ ਬਨਭੌਰੇ ਵੀ ਮੈਂ ਕਈ ਦਿਨ 2-3 ਦਿਨ ਨਾਲ ਰਿਹਾ ਦੀਪ ਦੇ ਜੀ। ਤੇ ਦੀਪ ਥੱਲੇ ਫੋਟੋਆਂ ਖਿਚਵਾ ਰਿਹਾ ਸੀਗਾ, ਉਹਨਾਂ ਨੇ ਬੋਲਣਾ ਸੀਗਾ। ਅੱਛਾ। ਤੇ ਮੈਂ ਕਿਹਾ ਦੀਪ ਤੂੰ ਤਾਂ ਸਾਡੇ ਸਿੱਧੂਆਂ ਦਾ ਹੀ ਮੁੰਡਾ, ਫਿਰ ਮੈਂ ਤੈਨੂੰ ਘੂਰ ਕੇ ਦਬਕਾ ਮਾਰ ਕੇ ਬੁਲਾਵਾਂ ਉੱਪਰ। ਅੱਛਾ। ਮੈਨੂੰ ਕਹਿੰਦਾ ਬਾਈ ਆ ਗਿਆ। ਤੇ ਮੈਨੂੰ ਔਖਾ ਹੈ ਉਹ ਗੱਲ ਦੱਸਣੀ ਵੀ ਕਿਵੇਂ ਉਹ ਬੰਦੇ 'ਚ ਇੰਨੀ ਨਿਮਰਤਾ। ਯਾਰ ਮੈਂ ਉੱਤੋਂ ਕਿਹਾ, ਮੈਂ ਕਿਹਾ ਦੀਪ ਫਿਰ ਤੂੰ ਸਾਡੇ ਸਿੱਧੂਆਂ ਦਾ ਮੁੰਡਾ, ਮੈਥੋਂ ਛੋਟਾ ਹੀ ਹੈ, ਤੈਨੂੰ ਹੁਣ ਮੈਂ ਦਬਕਾ ਮਾਰ ਕੇ ਬੁਲਾਵਾਂ। ਕਹਿੰਦਾ ਬਾਈ ਜੀ ਇਮੋਸ਼ਨਲ ਵੀ ਹੋ ਗਿਆ। ਤੇ ਕਹਿੰਦਾ ਬਾਈ ਆ ਗਿਆ। ਤੇ ਉਹ ਵੀ ਸਾਡੇ ਪਰਿਵਾਰ ਨਾਲ, ਉਹਦੇ ਮੇਰੇ ਬੇਟੇ ਨਾਲ ਚੰਗੇ ਰਿਲੇਸ਼ਨ ਸੀਗੇ। ਉਹਨੂੰ ਜਦੋਂ ਮਾਨ ਸਾਹਿਬ ਨਾਲ ਪਹਿਲੀ ਵਾਰ ਵੀ ਮਿਲਿਆ, ਉਦੋਂ ਵੀ ਮੇਰੇ ਬੇਟਾ ਡਾਕਟਰ ਜਗਜੀਤ ਸਿੰਘ ਉਹਨੂੰ ਕਾਫੀ ਇਸ ਗੱਲ ਵਾਸਤੇ ਕਹਿੰਦਾ ਰਹਿੰਦਾ ਸੀ ਵੀ ਤੂੰ ਮਾਨ ਸਾਹਿਬ ਨੂੰ ਮਿਲੀ, ਮਾਨ ਸਾਹਿਬ ਨੂੰ ਮਿਲੀ। ਤੇ ਬਹੁਤ ਤਕਲੀਫ ਸਾਨੂੰ ਹੋ ਗਈ, ਕਿਉਂਕਿ ਮੈਂ ਜਦੋਂ ਇਹ ਪੋਸਟ ਪੜ੍ਹੀ ਤੜਕੇ ਨੂੰ, ਮੈਂ ਰਾਤ ਕਈ ਦਿਨ ਦਾ ਥੱਕਿਆ ਹੋਣ ਕਰਕੇ ਮੈਂ 8:30 ਵਜੇ ਪੈ ਗਿਆ। ਮੈਂ ਫੋਨ ਸਾਇਲੈਂਟ ਕਰਤਾ, ਸਾਰੀ ਰਾਤ ਫੋਨ ਆਈ ਜਾਂਦੇ ਸੀਗੇ। ਤੇ ਮੈਂ ਜਦੋਂ ਤੜਕੇ ਮੈਂ 2 ਵਜੇ 1:30 ਵਜੇ ਉੱਠ ਖੜਦਾ, ਮੈਂ ਉੱਠ ਕੇ ਦੇਖਿਆ ਫੋਨ। ਮੈਂ ਕਿਹਾ ਲੋਕ ਇੰਨੇ ਗਿਰ ਗਏ ਯਾਰ ਵੀ ਦੀਪ ਸਿੱਧੂ ਦੀ ਮੌਤ ਦੀ ਪੋਸਟ ਵੀ ਜਾਲੀ ਪਾਉਣਗੇ। ਤੇ ਮੇਰੇ ਸਰਦਾਰਨੀ ਕਹਿੰਦੀ ਇਹਨੂੰ ਫੋਨ ਨੂੰ ਬੰਦ ਕਰ, ਇਹੋ ਜਿਹੀ ਪੋਸਟ ਨਹੀਂ ਪੜ੍ਹੀ ਹੁੰਦੀ ਵੀ ਕੀ ਇਹ ਮਤਲਬ ਇੱਦਾਂ ਵੀ ਮੈਨੂੰ ਐਂ ਲੱਗੇਗਾ ਵੀ ਇਹ ਪੋਸਟ ਲੋਕ ਗਲਤ ਪਾ ਰਹੇ ਹੈ। ਫੇਕ ਲੱਗਿਆ ਮਤਲਬ ਜਦੋਂ ਪਹਿਲੀ ਵਾਰ ਤੁਸੀਂ ਫੇਕ ਲੱਗਿਆ। ਹਾਂਜੀ। ਫਿਰ ਮੈਂ ਧੰਨਵਾਦੀ ਹਾਂ ਬਾਈ ਮੇਰੇ ਇਲਾਕੇ ਤੋਂ, ਚਮਕੌਰ ਸਾਹਿਬ ਇਲਾਕੇ ਤੋਂ, ਰੋਪੜ ਇਲਾਕੇ ਤੋਂ ਬਾਈ ਜੀ ਮੇਰੇ ਪੜੋਸੀਆਂ ਸਰਦਾਰ ਜਗਦੀਪ ਸਿੰਘ ਥਲੀ। ਤੇ ਜਦੋਂ ਵੀ ਸਾਨੂੰ ਕਿਸੇ ਮੁੱਦੇ ਤੇ ਲੋੜ ਪਈ ਆ ਨਾ, ਜਿੱਥੇ ਹੱਕ ਸੱਚ ਦੀ ਗੱਲ ਹੋਵੇ, ਅਸੀਂ ਯਾਦ ਕਰਦੇ ਹਾਂ ਚਮਕੌਰ ਸਾਹਿਬ ਕੋਈ ਮਸਲਾ ਸੀ ਗੁਰਦੁਆਰੇ ਦੇ ਪੱਥਰ ਦਾ, ਉੱਥੇ ਸਾਡੀ ਇਮਦਾਦ ਕਰੀ। ਹੁਣ ਇੱਥੇ ਜਦੋਂ ਵੀ ਆਏ ਉਦਣ ਆਏ, ਮੈਂ ਕਿਹਾ ਬਾਈ ਯਾਰ ਪ੍ਰਸ਼ਾਦਾ ਛਕ ਕੇ, ਕਹਿੰਦਾ ਨਹੀਂ ਪ੍ਰਸ਼ਾਦਾ ਨਹੀਂ ਛਕਣਾ। ਮੈਨੂੰ ਕਹਿੰਦਾ ਸਿੱਧੂ ਸਾਹਿਬ ਮੈਂ ਇੰਟਰਵਿਊ ਵਾਸਤੇ ਨਹੀਂ ਆਇਆ, ਮੈਂ ਤਾਂ ਪਾਰਟੀ ਦੀ ਪ੍ਰਧਾਨ ਸਾਹਿਬ ਦੀ ਮਦਦ ਵਾਸਤੇ ਆਇਆ, ਮੈਨੂੰ ਇਹ ਵਰਡ ਕਹੇ। ਤੇ ਉਹ ਤੋਂ ਬਾਅਦ ਮੈਂ ਦੀਪ ਨੂੰ ਕਿਹਾ, ਮਹਾਦੀਪ ਯਾਰ ਤਾਂ ਗੁੱਸਾ ਤਾਂ ਨਹੀਂ ਕਰਿਆ? ਕਹਿੰਦਾ ਬਾਈ ਜੀ ਘੂਰ ਸਕਦੇ ਹੋ ਤੁਸੀਂ, ਮੈਥੋਂ ਵੱਡੇ ਆ। ਜਦੋਂ ਥੱਲੇ ਸਟੇਜ ਤੋਂ ਬਾਅਦ 'ਚ ਕਹਿੰਦਾ ਮੈਂ ਪ੍ਰਧਾਨ ਸਾਹਿਬ ਤੇ ਮਾੜਾ ਪਰਮਿਸ਼ਨ ਲੈ ਕੇ ਜਾਣਾ। ਇੰਨਾ ਉਹ ਸਤਿਕਾਰ ਕਰਦਾ ਸੀ ਪ੍ਰਧਾਨ ਸਾਹਿਬ ਦਾ। ਪ੍ਰਧਾਨ ਸਾਹਿਬ ਇੰਟਰਵਿਊ ਕਿਸੇ ਹੋਰ ਚੈਨਲ ਨੂੰ ਦੇਣ ਲੱਗੇ, 1-ਪੌਣਾ ਘੰਟਾ ਉਹ ਬੰਦਾ ਫਿਰ ਫੋਟੋਆਂ ਲਵਾਉਣ ਲੱਗੇ। ਪੌਣੇ ਘੰਟੇ ਤੋਂ ਉੱਪਰ ਉਹ ਬੰਦਾ ਪਿਛਲੇ ਪਾਸੇ ਹੀ ਖੜਾ ਰਿਹਾ ਵੀ ਮੈਂ ਪ੍ਰਧਾਨ ਸਾਹਿਬ ਨੂੰ ਪੁੱਛੇ ਬਗੈਰ। ਉਹਨੇ ਚੰਡੀਗੜ੍ਹ ਨੂੰ ਜਾਣਾ ਸੀਗਾ ਦੀਪ ਨੇ, ਤੇ ਦੂਜੇ ਦਿਨ ਉਹਨਾਂ ਨੇ ਜਾ ਕੇ ਉੱਥੇ ਸਰਦਾਰ ਇਮਾਨ ਸਿੰਘ ਵਾਸਤੇ ਸਰਹੰਦ ਪ੍ਰਚਾਰ ਕਰਨਾ ਸੀ। ਮੈਂ ਹੈਰਾਨ ਰਹਿ ਗਿਆ, ਬੰਦਾ ਪੌਣਾ ਘੰਟਾ ਖੜਾ, ਜਦੋਂ ਤੱਕ ਪ੍ਰਧਾਨ ਸਾਹਿਬ ਨੂੰ ਪੁੱਛਿਆ ਨਹੀਂ ਪ੍ਰਧਾਨ ਸਾਹਿਬ ਜੀ ਮੈਨੂੰ ਆਗਿਆ ਜਾਣ ਦੀ, ਉਹਨਾਂ ਚਿਰ ਤੱਕ ਗਿਆ ਨਹੀਂ। ਪਰ ਉਹ ਸ਼ਖਸੀਅਤ ਇੱਕ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਅਸੀਂ ਵੀ 25-30 ਸਾਲ ਤੇ ਸਾਡਾ ਪਰਿਵਾਰ 78 ਦੇ ਸੰਘਰਸ਼ 'ਚ ਸੰਤਾਂ ਦੇ ਬਾਅਦ ਲਗਾਤਾਰ ਜੋ ਸੰਤਾਂ ਦੇ ਨਾਲ ਵੀ ਦਾਦਾ ਜੀ ਜਾਂਦੇ ਸੀ। ਤੇ ਪਰ ਉਹ ਬੰਦੇ ਦੇ ਪਿੱਛੇ ਕੋਈ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਗੁਰੂ ਕਲੰਗੀਆਂ ਵਾਲੇ ਦੀ ਕਰਦੇ ਸੀਗੀ, ਨਹੀਂ ਤਾਂ ਔਰ ਉਹਦੇ ਅਲਫਾਜ਼ ਇੰਨੇ ਡੂੰਘੇ ਸੀਗੇ, ਬਹੁਤ ਜ਼ਿਆਦਾ ਡੂੰਘੇ ਸੀਗੇ। ਮੇਰੀ ਇੱਕ ਬਨਭੌਰੇ ਸਪੀਚ ਸੀਗੀ, ਬਾਬਾ ਬੰਦਾ ਸਿੰਘ ਬਹਾਦਰ ਦੇ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਸ਼ਕਤੀਆਂ ਗੁਰੂ ਗ੍ਰੰਥ ਸਾਹਿਬ ਨੂੰ ਦੇਤੀਆਂ। ਮੈਨੂੰ ਕਹਿੰਦਾ ਇੱਥੇ ਤੱਕ ਮੈਨੂੰ ਕਹਿ ਕੇ ਗਿਆ, ਸਰਹੰਦ ਜਾ ਕੇ ਬੋਲਿਆ। ਮੇਰੀਆਂ 4 ਮਹੀਨੇ ਤੋਂ, ਮੈਂ 6 ਸਾਲ ਤੋਂ ਪਹਿਲਾਂ ਵੀ ਉਹ ਸਪੀਚ ਮੈਂ ਮੇਰੇ ਦਿਲ ਹਿਰਦੇ ਵਾਲੀ ਸੀਗੀ। ਮੈਨੂੰ ਕਹਿੰਦਾ ਬਾਈ ਜੀ ਫਤਿਹਗੜ੍ਹ ਸਾਹਿਬ ਜਾ ਕੇ ਆ, ਮੈਂ ਸਪੀਚ ਦਊਂਗਾ। ਮੇਰੇ ਉਹਨੂੰ ਅਲਫਾਜ਼ ਬੋਲਣ ਦੀ ਕੋਈ ਲੋੜ ਨਹੀਂ, ਇੰਨਾ ਡੂੰਘਾਈ ਤੋਂ ਤਾਂ ਬੋਲਦਾ ਸੀ। ਇੱਕ ਵਾਰ ਉਹਨਾਂ ਨੇ ਕਿਹਾ, ਕਹਿੰਦੇ
ਦੌੜਨ ਵਾਲੇ ਨੂੰ ਜ਼ਮੀਨ ਉੱਡਣ ਵਾਲੇ ਨੂੰ ਸਮਾਨ ਚਾਹੀਦਾ, ਸਾਨੂੰ ਜਿਹੜਾ ਮਿਲੂਗਾ ਅਸੀਂ ਉਹੀ ਵਰਤਾਂਗੇ। ਇੰਨਾ ਮਨ ਪਤਾ ਨਹੀਂ ਕਿੱਥੋਂ ਅਲਫਾਜ਼ ਉਹਦੇ ਕੋਲ ਆਉਂਦੇ ਸੀ, ਇੰਨੀ ਗਹਿਰਾਈ ਤੋਂ ਕੋਈ ਬੰਦਾ ਬੋਲਣਾ। ਉਹ ਮਤਲਬ ਹੋ ਸਕਦਾ ਕੋਈ ਵਾਹਿਗੁਰੂ ਉਹਦੇ ਤਾਂ ਪਿੱਛੇ ਕੋਈ ਗੁਰੂ ਸਾਹਿਬ ਦੀ ਤਾਕਤ ਸੀਗੀ ਕੋਈ। ਤੁਸੀਂ ਕਿਹਾ ਕਿ ਬੇਟੇ ਨਾਲ ਕਾਫੀ ਵਧੀਆ ਰਿਲੇਸ਼ਨ ਸੀ, ਕੁਛ ਇਸ ਤਰ੍ਹਾਂ ਦੀ ਕੋਈ ਯਾਦ ਦੀਪ ਦੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਹੁਣ ਵੀ ਤੁਹਾਨੂੰ ਲੱਗਦਾ ਹੋਵੇ ਕਿ ਹਾਂ ਯਾਰ ਦੀਪ ਨੂੰ ਇਹ ਗੱਲ ਜਿਹੜੀ ਆ ਜਾਂ ਇਹ ਸੋਚ ਜਿਹੜੀ ਆ ਹੋਰ ਨੌਜਵਾਨਾਂ ਤੋਂ ਜਾਂ ਹੋਰ ਐਕਟਰਾਂ ਤੋਂ ਜਿਹੜੀ ਆ ਵੱਖਰਾ ਬਣਾਉਂਦੀ ਸੀ ਕੁਛ? ਉਹਨੂੰ ਇਹ ਗੱਲ ਵੱਖਰਾ ਬਣਾਉਂਦੀ ਸੀਗੀ, ਜਦੋਂ ਸ਼ੰਭੂ ਬੈਰੀਅਰ ਤੇ ਮੋਰਚਾ ਚੱਲਦਾ ਸੀਗਾ, ਮੈਂ ਦੀਪ ਨਾਲ ਔਖਾ ਭਾਰਾ ਹੋ ਗਿਆ ਬਹੁਤ। ਮੈਂ ਕਿਹਾ ਦੀਪ ਯਾਰ ਤੇਰੇ ਉਹ ਵਕੀਲ ਨੇ ਇੱਕ ਨੇ ਸਾਡਾ ਉੱਥੇ ਬੰਦਾ ਖਾਲਿਸਤਾਨ ਦਾ ਨਾਅਰਾ ਲਾਉਣ ਕਰਕੇ ਫੜਾਤਾ। ਮੈਂ ਜਾਣੀ ਇੱਥੇ ਤੱਕ ਵੀ ਗੱਲ ਵੀ ਮੈਂ ਦੀਪ ਦੇ ਪੂਰਾ ਵਿਰੁੱਧ ਹੋ ਗਿਆ ਇੱਕੋ ਲਖਤ। ਮੈਂ ਕਿਹਾ ਦੀਪ ਯਾਰ ਮੁੰਡਾ ਕਾਹਤੇ ਫੜਾਇਆ? ਕਹਿੰਦਾ ਬਾਈ ਜੀ ਮੈਂ ਆਪਣੀ ਗਲਤੀ ਨੂੰ ਸੁਧਾਰੂੰਗਾ। ਕਹਿੰਦਾ ਮੈਂ ਆਪਣੀ ਗਲਤੀ ਨੂੰ ਸੁਧਾਰੂੰਗਾ। ਮੈਂ ਜਾ ਕੇ ਇਹ ਗੱਲ ਮੈਨੂੰ ਦੀਪ ਨੇ ਕਹੀ ਸੀਗੀ, ਕਹਿੰਦਾ ਮੈਂ ਜਾ ਕੇ ਉਸੇ ਜਗ੍ਹਾ ਦੇ ਉੱਤੇ ਉਹ ਮੁੰਡੇ ਦੀ ਜਗ੍ਹਾ ਮੈਂ ਨਾਅਰੇ ਲਾਉਂਗਾ। ਜਦ ਉਹਨੇ ਕਿਹਾ ਲਓ ਫਿਰ ਲਾਤਾ ਖਾਲਿਸਤਾਨ ਦਾ ਨਾਅਰਾ। ਔਰ ਇਹ ਉਹਦੀ ਵੱਡੀ ਕਾਬਲੀਅਤ ਸੀਗੀ ਵੀ ਉਹ ਬੰਦਾ ਦੱਸਣ ਤੇ ਆਪਣੇ ਕਿਸੇ ਵੀ ਗਲਤੀ ਨੂੰ ਐਕਸੈਪਟ ਕਰਦਾ ਸੀ। ਨਹੀਂ ਤਾਂ ਐਡੇ ਉੱਚੇ ਅਹੁਦੇ ਦੇ ਉੱਤੇ ਬੰਦਾ ਕਦੇ ਵੀ ਹੰਕਾਰ ਦੇ ਵਿੱਚ ਆਪਣੀ ਗਲਤੀ ਨਹੀਂ ਮੰਨਦਾ ਹੈਗਾ। ਪਰ ਉਹ ਜਿੱਥੇ ਵੀ ਕੋਈ, ਹਾਲਾਂਕਿ ਉਹਦੀ ਨਿੱਜੀ ਗਲਤੀ ਨਹੀਂ ਸੀ, ਉਹਦੀ ਟੀਮ ਦੀ ਗਲਤੀ ਸੀਗੀ, ਪਰ ਫਿਰ ਵੀ ਉਸ ਬੰਦੇ ਨੇ ਕਿਹਾ ਕਿ ਮੇਰੀ ਗਲਤੀ ਹੈ ਬਾਈ ਜੀ ਮੈਂ ਸੁਧਾਰੂੰਗਾ। ਮੈਂ ਉਹਨੂੰ ਇੱਕ ਗੱਲ ਦੱਸੀ, ਮੈਂ ਹਾਂ ਦੀਪ ਜਿੰਨੇ ਬੰਦੇ ਆਪਣੇ ਆਗੂ ਹੋਏ ਅੱਜ ਤੱਕ ਬਾਬਾ ਰਾਮ ਸਿੰਘ ਤੇ ਲਾ ਕੇ, ਉਹਨਾਂ ਦੇ ਨਾਲ ਕੁਝ ਬੰਦੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕਰਨਾ ਔਖਾ ਹੁੰਦਾ। ਕਹਿੰਦਾ ਬਾਈ ਜੀ ਕੱਲ੍ਹ ਤੋਂ ਬਾਅਦ ਉਹ ਬੰਦਾ ਮੇਰੀ ਟੀਮ ਦਾ ਹਿੱਸਾ ਨਹੀਂ ਰਹੂਗਾ। ਔਰ ਉਹਨੇ ਜਦੇ ਕੱਢਤਾ ਸੀਗਾ। ਔਰ ਇਹ ਮੈਨੂੰ ਉਹਦਾ ਵੱਖਰਾ ਲੱਗਿਆ ਵੀ ਇੰਨਾ ਰਿਚ ਬੰਦਾ, ਇੰਨੇ ਉੱਚੇ ਵਿਦਵਾਨ ਦੇ ਇੱਕ ਵਿਚਾਰ, ਉਹਦੇ ਇੰਨੇ ਸੋਚ, ਜਜ਼ਬਾ, ਇਮੋਸ਼ਨਸ ਸਾਰਿਆਂ ਦੇ ਹੁੰਦੇ ਹੋਏ ਵੀ ਹਰ ਜਗ੍ਹਾ ਉਹ ਮੇਰੇ ਵਰਗੇ ਬੰਦੇ ਦੀ ਰਾਏ ਨੂੰ ਵੀ ਵਿਚਾਰ ਕੇ ਆਪਣੇ ਵਿਚਾਰਾਂ 'ਚ ਸ਼ਾਮਲ ਕਰਦਾ ਸੀਗਾ। ਅੱਛਾ ਥਲੀ ਬਾਈ, ਸਿਮਰਨਜੀਤ ਸਿੰਘ ਮਾਨ ਦੇ ਚੋਣ ਪ੍ਰਚਾਰ ਦੌਰਾਨ ਵੀ ਚਾਹੇ ਗੱਲ ਕਰੀਏ ਜਾਂ ਅੱਜ ਬੂਥ ਤੇ ਦੇ ਵੀ ਆਪਾਂ ਜਾ ਕੇ ਗੱਲ ਕਰੀਏ, ਨੌਜਵਾਨ ਵਰਗ ਵੱਡੀ ਗਿਣਤੀ ਦੇ ਵਿੱਚ ਦੇਖਿਆ ਜਾ ਰਿਹਾ। ਕੀ ਕਾਰਨ ਆ ਕਿ ਦੀਪ ਸਿੱਧੂ ਦੀ ਹੀ ਇਹ ਕਮਾਈ ਹੈ ਕਿ ਨੌਜਵਾਨ ਵਰਗ ਨੂੰ ਖਿੱਚਣ ਦੇ ਵਿੱਚ ਕਾਮਯਾਬ ਹੋ ਗਏ, ਜਾਂ ਸਿਮਰਨਜੀਤ ਸਿੰਘ ਮਾਨ ਦੇ ਸੰਘਰਸ਼ ਬਾਰੇ ਜਿਹੜਾ ਹੁਣ ਨੌਜਵਾਨਾਂ ਨੂੰ ਹੁਣ ਹੀ ਪਤਾ ਲੱਗਿਆ? ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਸਟਾਈਲ ਹੈ ਸਪੀਚ ਦਾ, ਜਾਂ ਉਹ ਸਿਧਾਂਤਕ ਹੈ, ਤੇ ਉਹ ਸਿਧਾਂਤਾਂ ਨੂੰ ਨੌਜਵਾਨ ਨਹੀਂ ਸਮਝਦੇ। ਉਹਨਾਂ ਨੂੰ ਇੱਕ ਪ੍ਰੇਰਣਾ ਦੇ ਲਈ ਇੱਕ ਹੋਰ ਸਪੀਚ ਦੀ ਲੋੜ ਸੀਗੀ, ਬੂਸਟ ਅਪ ਕਰਨ ਦੇ ਲਈ, ਤੇ ਉਹ ਚੀਜ਼ ਨੌਜਵਾਨ ਨੂੰ ਸੁਣਦੇ ਨੇ। ਤੇ ਉਹ ਦੀਪ ਸਿੱਧੂ ਤਾਂ ਇੱਕ ਹੈ ਹੀ ਅਜਿਹੀ ਸ਼ਖਸੀਅਤ ਜਿਹਦੇ ਪਿੱਛੇ ਨੌਜਵਾਨ ਸੀਗੇ। ਤੇ ਜਦੋਂ ਇੱਕ ਉਹਨਾਂ ਨੇ ਸਟਾਈਲ ਦੇ ਨਾਲ, ਉਸ ਸਟਾਈਲ ਦੇ ਨਾਲ ਦੱਸਿਆ ਵੀ ਕਿਉਂ ਜ਼ਰੂਰੀ ਹੈ ਬਾਪੂ ਸਾਡੇ ਲਈ, ਤੇ ਬਾਪੂ ਨੂੰ ਵਿਧਾਨ ਸਭਾ ਆਪਾਂ ਕਿਉਂ ਭੇਜਣਾ ਹੈ, ਤੇ ਜਦੋਂ ਉਹ ਚੀਜ਼ ਦੱਸੀ ਤਾਂ ਨੌਜਵਾਨਾਂ ਦੇ ਵੀ ਸਮਝ ਆਈ। ਤਾਂ ਇਸ ਕਰਕੇ ਅੱਜ ਨੌਜਵਾਨ ਸਾਰਾ ਜਿਹੜਾ ਹੈਗਾ ਉਹ ਮੁੜ ਕੇ ਉਹ ਆਇਆ ਹੋਇਆ ਹੈ, ਤੇ ਬੜਾ ਉਤਸ਼ਾਹ ਹੈ ਨੌਜਵਾਨਾਂ ਦੇ ਵਿੱਚ ਇੱਕ ਆਪਣੇ ਵੀਰ ਨੂੰ ਜਿਉਂਦਾ ਰੱਖਣ ਦੇ ਲਈ। ਮੈਂ ਕਹਿੰਦਾ ਅੱਜ ਇਹ ਨੌਜਵਾਨ ਨਹੀਂ, ਅੱਜ ਇਹ ਦੀਪ ਸਿੱਧੂ ਦੀ ਸੋਚ ਹੈ। ਤੇ ਦੀਪ ਸਿੱਧੂ ਇੱਕ ਅਜਿਹਾ ਬੰਦਾ ਸੀ ਬਾਈ ਜਿਹੜਾ ਕਦੇ ਵੀ ਭੜਕਦਾ ਨਹੀਂ ਸੀਗਾ। ਮੈਂ ਉਹਨੂੰ ਸਵਾਲ ਕਰਦਾ ਸੀ ਤਾਂ ਲੋਕ ਮੈਨੂੰ ਕਹਿੰਦੇ ਸੀ ਇਹ ਗਦਾਰ ਹੈ। ਜਿਹੜੇ ਦੀਪ ਸਿੱਧੂ ਦੇ ਸਮਰਥਕ, ਉਦੋਂ ਮੈਨੂੰ ਸਕੂਨ ਮਿਲਦਾ ਸੀ ਬਈ ਯਾਰ ਮੈਂ ਸ਼ੁਕਰ ਹੈ ਮੈਂ ਧਿਰ ਬਣ ਕੇ, ਜੇ ਕਾਮਰੇਡਾਂ ਨੂੰ ਕੋਈ ਸਵਾਲ ਸੀ ਤਾਂ ਮੈਂ ਕਾਮਰੇਡ ਬਣਦਾ ਸੀ। ਪੱਤਰਕਾਰ ਦਾ ਫਰਜ਼ ਹੁੰਦਾ ਹੈ। ਤੇ ਦੀਪ ਨੇ ਅੱਜ ਤੱਕ ਮੈਨੂੰ ਕਿਹਾ ਨਹੀਂ ਹੈਗਾ। ਦੀਪ ਨੇ ਤਾਂ ਇੱਥੋਂ ਤੱਕ ਕਿਹਾ ਸੀ, ਕਹਿੰਦਾ ਥਲੀ ਬਾਈ ਤੁਸੀਂ ਪੰਡਤਾਂ ਦੀਆਂ ਐਡਾਂ ਨਹੀਂ ਲਾਉਂਦੇ ਯਾਰ, ਤੁਸੀਂ ਹੋਰ ਬਹੁਤ ਕੁਝ ਕਿਹਾ ਉਹਨੇ। ਮਤਲਬ ਕਿ ਮੈਂ ਕਹਿੰਦਾ ਸਟੇਜ ਤੋਂ ਬੋਲ ਦੇਣਾ ਅੱਜ ਮੈਂ ਸਵਾਲ ਚੱਕ ਦੇਣ ਦੇ ਮਤਲਬ ਨਹੀਂ ਮੈਂ ਤੁਹਾਡੀ ਤਾਰੀਫ ਕਰ ਦੇਣੀ। ਕਹਿੰਦਾ ਮੈਨੂੰ, ਕਹਿੰਦਾ ਬਾਈ ਮੈਂ ਤਾਰੀਫ ਕਰਨੀ, ਕਹਿੰਦਾ ਥਲੀ ਬਾਈ ਤੇਰੀ। ਇਹਦਾ ਸਿਮਰਨਜੋਤ ਮੱਕੜ ਵੀ ਗਵਾਹ ਨੇ, ਗੱਡੀ ਦੇ ਵਿੱਚ ਕਿਹਾ ਸੀ ਉਹਨੇ। ਤੇ ਹਰਪ੍ਰੀਤ ਦੇਵਗਨ ਬਾਈ, ਤੇ ਇੱਕ ਗਿਆਨੀ ਬਾਈ ਆ ਆਪਣਾ ਜਿਹੜੇ ਸਨੀ ਦਿਓਲ ਦੇ ਪੀਏ। ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਭਰਾ ਮੇਰੀ ਤਾਰੀਫ ਨਾ ਕਰਦੀ, ਲੋਕ ਤੈਨੂੰ ਗਦਾਰ ਕਹਿੰਦੇ ਆ। ਮੈਂ ਤੈਨੂੰ ਹਲੇ ਤੱਕ ਦੇਖਿਆ ਵੀ ਤੂੰ ਠੀਕ ਹੈ, ਪਰ ਕੀ ਪਤਾ ਜੇ ਆਉਣ ਵਾਲੇ ਸਮੇਂ 'ਚ ਤੂੰ ਗਦਾਰ ਹੀ ਉਹ ਕਰ ਗਿਆ, ਫਿਰ ਮੈਂ ਤੇਰੇ ਖਿਲਾਫ ਤਾਂ ਮੈਂ ਖੁੱਲ੍ਹ ਕੇ ਚੱਲਣਾ। ਇਸ ਕਰਕੇ ਮੇਰੀ ਤਾਰੀਫ ਕਿਤੇ ਨਹੀਂ ਕਰਨੀ। ਤੇ ਉਹ ਕਹਿੰਦਾ ਬਾਈ ਅੱਜ ਸੀਨਾ ਪਾੜ ਲਾ ਮੇਰਾ, ਜਿੱਥੇ ਕਹੇਗਾ ਕਹਿੰਦਾ ਉੱਥੇ ਲੈ ਚੱਲ, ਔਰ ਜੋ ਤੂੰ ਕਹੇਗਾ ਕਹਿੰਦਾ ਬਾਈ ਮੈਂ ਤੈਨੂੰ ਪਿੱਠ ਨਹੀਂ ਲੱਗਣ ਦਊਂਗਾ। ਕਹਿੰਦਾ ਹੁਣ ਤੱਕ ਲੀਡਰ ਆਏ ਆ, ਚਾਹੇ ਬਰਗਾੜੀ ਹੋਇਆ, ਜੋ ਮਰਜੀ ਬਕਾਊ ਨਿਕਲ ਗਏ, ਕਹਿੰਦਾ ਪਰ ਦੀਪ ਸਿੱਧੂ ਕਹਿੰਦਾ ਤੈਨੂੰ ਬੇਸ਼ੱਕ ਪਤੀ ਤਾਂ ਕਹਿੰਦਾ ਗੁਰੂ ਦੀ ਬਖਸ਼ਿਸ਼ ਨਹੀਂ ਹੋਈ, ਪਰ ਮੈਂ ਗਦਾਰ ਨਹੀਂ ਹੈਗਾ ਬਾਈ। ਇਹ ਸਬੂਤ ਉਹ ਬਹੁਤ ਵਾਰ ਕਹਿੰਦਾ ਰਿਹਾ ਵੀ ਮੈਨੂੰ ਕਈ ਦਹਾਕੇ ਲੱਗਣੇ। ਅੱਛਾ ਬਾਈ, ਦੀਪ ਸਿੱਧੂ ਦਾ ਲਾਈਫ ਸਟਾਈਲ ਇੱਕ ਲੈਵਿਸ਼ ਲਾਈਫ ਸਟਾਈਲ ਮੰਨਿਆ ਜਾਂਦਾ। ਪੂਰੇ ਉਹਨਾਂ ਨੇ ਉਸ ਲੈਵਲ ਤੱਕ ਦੀ ਜ਼ਿੰਦਗੀ ਜਿਉਣੀ ਹੈ ਜਿਹੜਾ ਇੱਕ ਆਮ ਘਰ ਦੇ ਨੌਜਵਾਨ ਦੇ ਲਈ ਸੁਪਨਾ ਹੁੰਦਾ ਹੈ। ਉੱਥੇ ਤੋਂ ਫਿਰ ਇੱਕਦਮ ਧਰਨਿਆਂ ਦੇ ਵਿੱਚ ਆ ਜਾਣਾ, ਸਿਮਰਨਜੀਤ ਸਿੰਘ ਮਾਨ ਦੀ ਸੋਚ ਨੂੰ ਸਮਝ ਲੈਣਾ। ਜੇਕਰ ਦੀਪ ਸਿੱਧੂ ਸਮਝ ਸਕਦੇ ਨੇ ਤਾਂ ਹੋਰ ਕਮੀ ਕਿੱਥੇ ਆ? ਪੰਜਾਬ ਦੇ ਵਿੱਚ ਕਮੀ ਕਿੱਥੇ ਦੇਖਦੇ ਹੋ ਕਿ ਮੁੰਬਈ ਤੋਂ ਆ ਕੇ ਇੱਕ ਨੌਜਵਾਨ ਸਿਮਰਨਜੀਤ ਸਿੰਘ ਮਾਨ ਦੀ ਸੋਚ ਦੇ ਨਾਲ ਜੁੜ ਗਿਆ, ਪਰ ਪੰਜਾਬ ਦਾ ਨੌਜਵਾਨ ਜਿਹੜਾ ਹਾਲੇ ਤੱਕ 40 ਸਾਲ ਦੇ ਵਿੱਚ ਉਸ ਲੈਵਲ ਤੱਕ ਨਹੀਂ ਜੁੜ ਸਕਿਆ ਮਾਨ ਸਾਹਿਬ ਦੇ ਨਾਲ? ਦੇਖੋ
ਇਹ ਸੋਚ ਨਾਲ ਜੁੜਨਾ, ਇੱਕ ਅੰਦਰ ਤੁਹਾਡੇ ਬਹਾਦਰੀ ਹੋਣੀ ਚਾਹੀਦੀ ਹੈ, ਬਾਹਰੋਂ ਵੀ ਤੁਸੀਂ ਬਹਾਦਰ ਹੋਣੇ ਚਾਹੀਦੇ। ਇਹ ਸੋਚਾਂ ਜਾਂ ਇਹ ਸਪੀਚ, ਕੋਈ ਇਹਨੂੰ ਸਪੀਚ ਨਾ ਦੇਖਿਆ ਜਾਵੇ। ਇਹ ਦੀਪ ਸਿੱਧੂ ਨੂੰ ਵੀ ਪਤਾ ਸੀ, ਕਈ ਵਾਰ ਉਹਨੇ ਕਿਹਾ ਵੀ ਆ ਵੀ ਮੇਰੇ ਨਾਲ ਕੋਈ ਵੀ ਹਸ਼ਰ ਹੋ ਸਕਦਾ ਹੈ, ਠੀਕ ਹੈ। ਤੇ ਇਹ ਮਤਲਬ ਕਿ ਅਸੀਂ ਅੱਜ ਸਿਰਫ ਦਿਖਾਵੇ ਵਾਲੀਆਂ ਚੀਜ਼ਾਂ ਕਿਤੇ ਚੱਲ ਗਏ ਜੀ, ਮਾਫ ਕਰਿਓ ਕਿ ਬਹੁਤ ਲੋਕ ਤਾਂ ਜ਼ਿਆਦਾਤਰ ਤਾਂ ਚਲੋ ਸ਼ਰਧਾਂਜਲੀ ਦੇਣ ਆਏ ਸੀ, ਬਹੁਤ ਲੋਕ ਤਾਂ ਉੱਥੇ ਜਾ ਕੇ ਵੀ ਫੋਟੋਆਂ ਖਿੱਚ ਕੇ ਸਟੋਰੀਆਂ ਹੀ ਪਾਈ ਜਾਂਦੇ ਸੀ, ਜਿਹੜੇ ਇਹ ਮਕਸਦ ਨਾਲ ਸਟੋਰੀ ਪਾਉਂਦੇ ਸੀ ਵੀ ਚਲੋ ਦੀਪ ਸਿੱਧੂ ਬਾਈ ਦੀ ਸੋਚ ਦਾ ਪ੍ਰਚਾਰ ਕਰੀਏ, ਤੇ ਉਹਨਾਂ ਨੂੰ ਸ਼ਾਬਾਸ਼ੀ ਆ, ਤੁਸੀਂ ਸਟੇਟਸ ਪਾਏ। ਤੇ ਜਿਹੜੇ ਇਸ ਕਰਕੇ ਪਾਉਂਦੇ ਸੀ ਵੀ ਕਹਿਣਗੇ ਵੀ ਤੂੰ ਵੀ ਗਿਆ ਸੀ ਬਾਈ, ਅੱਛਾ ਤੂੰ ਵੀ ਜਾ ਕੇ ਆਇਆ, ਆਪਣੀ ਸਿਫਤ ਦੇ ਲਈ ਪਾ ਰਹੇ ਸੀ, ਤੇ ਉਹ ਬੇਵਕੂਫ ਲੋਕ ਨੇ ਮੈਂ ਕਹਿੰਦਾ। ਪਰ ਇਹ ਸੋਚ ਰੱਖਣੀ ਪੈਂਦੀ ਹੈ ਬਾਈ, ਇਹ ਯੋਧਾ ਕੋਈ ਨਿਤ ਨਹੀਂ ਜੰਮਦੇ, ਤੇ ਇਹ ਬਹੁਤ ਔਖਾ, ਬਹੁਤ ਕਮਾਈ ਕਰਨੀ ਪੈਂਦੀ ਹੈ। ਸੁਣਨ ਚ ਆਇਆ ਵੀ ਜਿਹੜੇ ਉਹਦੇ ਮਾਤਾ ਜੀ ਸੀਗੇ ਨਾ ਦੀਪ ਸਿੱਧੂ ਦੇ, ਤਾਂ ਬਹੁਤ ਨੇਕ ਰੂਹ ਸੀਗੇ, ਔਰ ਕਮਾਈ ਇੰਨੀ ਸੀ ਉਹਨਾਂ ਦੀ, ਤੇ ਉਹਨਾਂ ਦੀ ਕਮਾਈ ਕਰਕੇ ਹੀ ਇੱਕ ਨੇਕ ਪੁੱਤ ਆਇਆ ਹੋਇਆ ਸੀਗਾ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਪੰਜਾਬ ਦੇ ਲੋਕਾਂ ਨੂੰ ਮੈਂ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਨੇ 84 ਤੋਂ ਬਾਅਦ ਹੱਥ ਖੜੇ ਕਰ ਕਰਕੇ ਨਿਕਲੇ, ਲਾਸ਼ਾਂ ਸਾਡੇ ਸਿੰਘਾਂ ਦੀਆਂ ਪਈਆਂ ਛੱਡ ਕੇ ਆਏ, ਪੰਜਾਬ ਦੇ ਵਿੱਚੋਂ ਧਨ ਦੌਲਤ ਕੁਬੇਰ ਬਹੁਤ ਇਕੱਠਾ ਕਰਿਆ, ਪੰਜਾਬ ਨੂੰ ਦਿੱਲੀ ਦੇ ਤਖਤਾਂ ਦੇ ਜਿਹੜੇ ਮਾਲਕ ਸੀ ਉਹਨਾਂ ਦੇ ਗੋਡਿਆਂ 'ਚ ਬੈਠ ਕੇ ਉਹਨਾਂ ਨੇ ਵੇਚਿਆ, ਸਿੱਖ ਕੌਮ ਦੀ ਪਿੱਠ 'ਚ ਛੁਰਾ ਮਾਰਿਆ, ਸਿੱਖੀ ਸਿਧਾਂਤਾਂ ਦਾ ਕਤਲ ਕਰਿਆ। ਅੱਜ ਉਹ ਲੋਕ ਪਿੰਡਾਂ ਦੇ ਵਿੱਚ ਇਕੱਲੇ ਨਹੀਂ ਨਿਕਲ ਸਕਦੇ, Z+ ਸਿਕਿਉਰਟੀਆਂ, ਉਹ ਚੈਨ ਦੀ ਨੀਂਦ ਨਹੀਂ ਸੌਂ ਸਕਦੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 40 ਸਾਲ ਕੌਮ ਦੀ ਸੇਵਾ ਕਰੀ। ਜੇ ਇੱਕ ਪੰਚ ਹਾਰ ਜਵੇ ਨਾ, ਇੱਕ ਪੰਚੀ 'ਚ ਬੰਦਾ ਹਾਰ ਜਵੇ, 15-20 ਦਿਨ ਅੰਦਰ ਤੇ ਪਿਛਲੀ ਕੋਠੜੀ 'ਚੋਂ ਨਹੀਂ ਉੱਠਦਾ ਹੈਗਾ, ਪਿਛਲੀ ਸਬਾਤ 'ਚ ਜਾ ਕੇ ਸੌਂ ਜਾਂਦਾ, ਲੱਕ ਟੁੱਟ ਜਾਂਦਾ ਹੈ। ਮਾਨ ਸਾਹਿਬ ਨੇ 40 ਸਾਲ ਆਪਾਂ ਨੇ ਉਹਨੂੰ ਹਰਾਇਆ, ਯੋਧੇ ਨੂੰ 40 ਸਾਲ ਉਹਨੇ ਹਾਰਨ ਦੇ ਬਾਵਜੂਦ ਚੱਕ ਕੇ ਕਿਰਪਾਨ ਕੌਮ ਦੀ ਅਗਵਾਈ ਕਰੀ ਹੈ। ਅੱਜ ਉਹ ਦਿਨ ਆ ਗਿਆ, ਉਹਦੇ 40 ਸਾਲ ਦੀ ਕਮਾਈ ਉਹਨੂੰ ਜਿੱਤ ਵੱਲ ਲੈ ਕੇ ਜਾ ਰਹੀ ਹੈ। ਅੱਜ 40 ਸਾਲ ਦੀ ਉਹਦੀ ਕਮਾਈ ਕਰਕੇ ਦੀਪ ਸਿੱਧੂ ਉਹਦੇ ਨਾਲ ਆ ਗਿਆ, 22 ਥਲੀ ਉਹਦੇ ਨਾਲ ਖੜਾ ਹੈ, ਉਹਦੀ 40 ਸਾਲ ਦੀ ਸੱਚ ਦੇ ਨਾਲ ਖੜਾ। ਕਿਉਂ? ਮਹਾਰਾਜ ਦਾ ਹੁਕਮ ਹੈ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਅੰਤ ਨੂੰ ਬਾਈ ਜੀ ਸੱਚ ਨੇ ਰਹਿਣਾ। ਜਿਹੜੇ ਨਿੱਜ ਸਵਾਰਥਾਂ ਕਰਕੇ ਇਹਨਾਂ ਲਾਲਚੀ ਲੀਡਰਾਂ ਦੇ ਨਾਲ ਆਪਾਂ ਜੁੜੇ ਹੋਏ ਆ, ਜੇ ਜ਼ਿੰਦਗੀ ਦਾ ਆਖਰੀ ਜਿੱਤ ਵੱਲ ਜਾਣਾ ਫਿਰ ਤਾਂ ਜੁੜੋ ਸੱਚ ਦੇ ਨਾਲ। ਜੇ ਜ਼ਿੰਦਗੀ ਦਾ ਆਖਰੀ ਤੁਸੀਂ ਜਿਹੜਾ ਚੈਪਟਰ ਹੈ ਉਹ ਹਾਰ ਕੇ ਜਾਣਾ, ਫਿਰ ਜੁੜੋ ਤੁਸੀਂ ਕਬੀਰ ਧਨ ਇਕੱਠਾ ਕਰਨ ਵਾਲਿਆਂ ਦੇ ਨਾਲ, ਟਿਕਟਾਂ ਲੈਣ ਵਾਲਿਆਂ ਦੇ ਨਾਲ। ਅਸੀਂ ਘਰ ਤੇ ਆਪਣੇ ਪੈਨਸ਼ਨਾਂ, ਆਪਣੇ ਗਰੀਬੀ ਦੇ ਵਿੱਚੋਂ ਆੜ੍ਹਤੀਆਂ ਦੇ ਪੈਸੇ ਫੜ ਕੇ ਕੌਮ ਦੀ ਸੇਵਾ ਇੱਕ ਦਿਨ ਕਰਦੇ ਸੀਗੇ। ਸਾਨੂੰ ਐਂ ਲੱਗਦਾ ਸੀਗਾ, ਲੋਕਾਂ ਨੂੰ ਵੀ ਲੱਗਦਾ ਸੀਗਾ ਵੀ ਇਹ ਬੰਦੇ ਬਰਬਾਦ ਹੋ ਜਾਣਗੇ। ਅਸੀਂ ਬਰਬਾਦ ਨਹੀਂ ਹੋਏ, ਗੁਰੂ ਮਹਾਰਾਜ ਨੇ ਸਾਡੇ, ਕਿਉਂ ਕਰਕੇ ਕੌਮ ਦੀ ਸੇਵਾ ਜਦੋਂ ਬੰਦਾ ਕਰਦਾ ਨਾ, ਉਹਦੇ ਤੇ ਗੁਰੂ ਸਾਹਿਬ ਵੀ ਬੇਅੰਤ ਬਖਸ਼ਿਸ਼ਾਂ ਕਰਦੇ ਆ। ਤੇ ਜਦੋਂ ਬੰਦਾ ਕੌਮ ਦੇ ਨਾਲ ਗਦਾਰੀ ਕਰਦਾ, ਉਹਦੀ ਆਉਣ ਵਾਲੀ ਕੁੱਲ ਨੂੰ ਇਹ ਭੁਗਤਣਾ ਪੈਂਦਾ, ਉਹਦੇ ਖਾਨਦਾਨ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਂਦਾ। ਜਿਹੜਾ ਸੱਚ ਦੇ ਮਾਰਗ ਤੇ ਚੱਲਦਾ ਹੈ, ਉਹਦੀਆਂ ਬਖਸ਼ਿਸ਼ਾਂ ਆਉਣ ਵਾਲੀਆਂ ਉਹਦੀਆਂ ਪੀੜ੍ਹੀਆਂ ਨੂੰ ਮਿਲਦੀਆਂ। ਮੇਰੀ ਇਹ ਬੇਨਤੀ ਹੈ ਕਿ ਆਪਾਂ ਜਿੰਨਾ ਵੀ ਹੁਣ ਆਪਣੇ ਕੋਲ ਮੌਕਾ ਹੈ, ਆਪਾਂ ਝੂਠੀ ਸ਼ੌਹਰਤ ਨੂੰ ਛੱਡ ਕੇ ਸੱਚ ਦੇ ਨਾਲ ਜੁੜੀਏ। ਆਖਰ ਨੂੰ ਤਾਂ ਫਿਰ ਸੱਚ ਰਹੂਗਾ। ਮਹਾਰਾਜ ਗੁਰੂ ਨਾਨਕ ਸਾਹਿਬ ਸਟੈਂਪ ਲਾ ਕੇ ਦੇ ਕੇ ਗਏ। ਇਹੀ ਮੇਰੀ ਬੇਨਤੀ ਹੈ ਵੀ ਆ ਦਿੱਲੀ ਦੇ ਮੂਹਰੇ ਵਿਕਣ ਵਾਲੇ ਲੋਕਾਂ ਨਾਲ, ਦੀਪ ਸਿੱਧੂ ਦੇ ਕਾਤਲ, ਬੇਅਦਬੀਆਂ ਕਰਨ ਵਾਲੇ, ਗੁਰੂ ਸਾਹਿਬ ਦੇ ਪੁੱਤ ਮਰਵਾਉਣ ਵਾਲੇ ਲੋਕਾਂ ਨੂੰ ਆਪਾਂ ਜਦੋਂ ਵੋਟਾਂ ਪਾਉਂਦੇ ਆਪਾਂ ਕਿਉਂ ਮਤਲਬ ਉਸ ਗਰੁੱਪ ਦੇ ਭਾਗੀਦਾਰ ਬਣਦੇ ਆ, ਹਿੱਸੇਦਾਰ ਬਣਦੇ ਆ, ਉਹਨਾਂ ਨੂੰ ਅਮਦਾਦ ਕਰਕੇ ਆਪਾਂ ਕਿਉਂ ਨਰਕਾਂ ਦੇ ਅਧਿਕਾਰੀ ਬਣਦੇ ਆ ਪੰਜਾਬੀ 'ਚ ਜੇ ਕਹੀਏ। ਸੋ ਕਿਰਪਾ ਕਰਕੇ ਬੇਨਤੀ ਹੈ, ਆਪਾਂ ਮੇਰੀ ਛੱਡੋ। ਸਾਰਿਆਂ ਨੇ ਵੋਟਾਂ ਵਾਲਿਆਂ ਨੇ ਕਹਿਣਾ, ਅਪੀਲਾਂ ਕਰਨੀਆਂ, ਘਰ ਘਰ ਜਾਣਾ, ਮੈਨੂੰ ਪਾ ਦਿਓ, ਮੈਨੂੰ ਪਾ ਦਿਓ। ਮੇਰੀ ਛੱਡੋ, ਉਹਨਾਂ ਦੀ ਛੱਡੋ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਗੀਤਾ ਦੇ ਸਾਹਮਣੇ, ਹਦੀਸ ਕੁਰਾਨ ਦੇ ਸਾਹਮਣੇ ਖੜ ਕੇ ਯਾਰ ਸੋਚੋ ਤਾਂ ਸਹੀ, ਪੰਜਾਬ ਦੇ ਜਾਏ ਆ ਵੀ ਸਾਡੀ ਆਤਮਾ ਕਿਆ ਕਹਿੰਦੀ ਹੈ। ਜਿਹੜੀ ਤੁਹਾਡੀ ਆਤਮਾ ਕਹਿੰਦੀ ਆ ਉਹ ਕਰ ਲਓ, ਸਾਡੀ ਗੱਲੇ ਛੱਡ ਦਿਓ। ਮੇਰੀ ਬੇਨਤੀ ਹੱਥ ਮੰਨ ਕੇ ਸੱਚ ਦੇ ਨਾਲ ਜੁੜੀਏ, ਝੂਠ ਦਾ ਤਿਆਗ ਕਰੀਏ। ਇਹੀ ਮੇਰੀਆਂ ਬੇਨਤੀਆਂ। ਗੱਲਾਂ ਬਾਤਾਂ ਕਰਦੇ ਮੈਂ ਇੱਕ ਵਾਰ ਫੇਰ ਬਾਈ ਜੀ ਥਲੀ ਸਾਹਿਬ ਦਾ, ਮੇਰੇ ਇੱਕ ਤਾਂ ਪੜੋਸੀ ਵੀ ਆਪਣੇ ਗੁਆਂਢੀ ਦੀ ਅਗਲਾ ਜ਼ਿਆਦਾ ਵੀ ਕਰਦਾ ਹੁੰਦਾ ਹੈ, ਪਰ ਮੈਂ ਘੱਟ ਕਰ ਸਕਿਆ। ਇਹਨਾਂ ਦਾ ਸਤਿਕਾਰ ਜਿੰਨਾ ਹੋਣਾ ਚਾਹੀਦਾ ਮੈਂ ਕਰ ਨਹੀਂ ਸਕਿਆ, ਕਿਉਂ ਕਰਕੇ ਮੈਂ ਵੀ ਭੱਜ ਨੱਠ 'ਚ ਰਿਹਾ ਕੰਪੇਨ 'ਚ। ਇਹਨਾਂ ਨੂੰ ਮੈਂ ਜੀਓ ਆਇਆ ਕਹਿੰਦਾ, ਬਹੁਤ ਬਹੁਤ ਧੰਨਵਾਦੀ ਤੇ ਰਿਣੀ ਵੀ ਆ ਵੀਰ ਜੀ ਦਾ। ਤੇ ਪਿੰਡ ਵੀ ਅਸੀਂ ਮਿਲਦੇ ਗਿਲਦੇ ਰਹਿੰਦੇ ਹਾਂ, ਇਕੱਠੇ ਰਹਿੰਦੇ ਹਾਂ ਹਨ। ਬਹੁਤ ਧੰਨਵਾਦ ਹੈ ਸਾਰੀ ਟੀਮ ਦਾ ਬਾਈ ਜੀ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਮਾਫ ਕਰ ਦਿਓ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਆ ਸਿਮਰਨਜੀਤ ਸਿੰਘ ਮਾਨ ਦੀ 40 ਸਾਲ ਦੀ ਕਮਾਈ ਕਿ ਉਹਨਾਂ ਦੇ ਸਮਰਥਕ ਅੱਜ ਵੀ, ਬੇਸ਼ੱਕ ਮਾਨ ਸਾਹਿਬ ਕਾਫੀ ਇਲੈਕਸ਼ਨਾਂ ਹਾਰੇ, ਅੱਜ ਵੀ ਚਟਾਨ ਬਣ ਕੇ ਉਹਨਾਂ ਦੇ ਨਾਲ ਖੜੇ ਨੇ, ਉਹਨਾਂ ਦੇ ਹੱਕ ਦੇ ਵਿੱਚ ਬੋਲੇ ਨੇ। ਇਹ ਆ ਮਾਨ ਸਾਹਿਬ ਦੀ ਕਮਾਈ ਕਿ ਦੀਪ ਸਿੱਧੂ ਵਰਗਾ ਇੱਕ ਪੜ੍ਹਿਆ ਲਿਖਿਆ ਵਕੀਲ ਮੁੰਬਈ ਤੋਂ ਆਪਣੀ ਲਗਜ਼ਰੀ ਲਾਈਫ ਛੱਡ ਕੇ ਧਰਨਿਆਂ ਦੇ ਵਿੱਚ, ਪ੍ਰਦਰਸ਼ਨਾਂ ਦੇ ਵਿੱਚ, ਇਲੈਕਸ਼ਨ ਕੰਪੇਨ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਖੜਦਾ। ਅੱਗੇ ਇਹ ਆ ਸਿਮਰਨਜੀਤ ਸਿੰਘ, ਇਹ ਆ ਦੀਪ ਸਿੱਧੂ ਦੀ ਕਮਾਈ
ਕੇ ਪੰਜਾਬ ਦਾ ਸੌਂ ਚੁੱਕਿਆ ਨੌਜਵਾਨ ਜਿਹੜਾ ਦੀਪ ਸਿੱਧੂ ਨੇ ਇੱਕ ਹਾਕ ਮਾਰ ਕੇ ਜਗਾ ਦਿੱਤਾ ਤੇ ਮਾਨ ਸਾਹਿਬ ਦੇ ਹੱਕ ਦੇ ਵਿੱਚ ਤੁਰਨ ਦੇ ਲਈ ਮਜਬੂਰ ਕਰ ਦਿੱਤਾ। ਦੇਖਣਾ ਹੋਊਗਾ ਕਿ ਹੁਣ ਸਿਆਸੀ ਨਤੀਜੇ ਕੀ ਹੁੰਦੇ ਨੇ। 10 ਮਾਰਚ ਨੂੰ ਪਤਾ ਲੱਗੇਗਾ। ਅਮਰਗੜ੍ਹ ਹਲਕੇ ਤੇ ਸਾਰੇ ਪੰਜਾਬ ਦੀਆਂ ਨਿਗਾਹਾਂ ਨੇ। 116 ਹਲਕੇ ਇੱਕ ਪਾਸੇ, ਇੱਥੇ ਤੱਕ ਕਿਹਾ ਜਾਂਦਾ ਕਿ 116 ਹਲਕੇ ਇੱਕ ਪਾਸੇ ਤੇ ਅਮਰਗੜ੍ਹ ਹਲਕਾ ਇੱਕ ਪਾਸੇ। ਦੇਖਣਾ ਹੋਊਗਾ ਨਤੀਜੇ ਕੀ ਆਉਂਦੇ ਨੇ। ਪੰਜਾਬੀ ਲੋਕ ਚੈਨਲ ਦੇ ਲਈ ਸੰਸਾਰਦੀਪ ਸਿੰਘ, ਹਲਕਾ ਅਮਰਗੜ੍ਹ।